हाँ जी दोस्तों, की हाल चाल है। स्वागत है तुहाडा साडे चैनल टैल्क बाई पंजाब ते। दोस्तों अज आपां गल करांगे गामा पहलवान दी। गामा पहलवान दा जन्म 22 मई 1878 ਨੂੰ श्री ਅੰਮ੍ਰਿਤਸਰ ਸਾਹਿਬ ਵਿੱਚ ਹੋਇਆ ਸੀ ਅਤੇ ਉਸ ਦਾ ਅਸਲ ਨਾਮ ਗੁਲਾਮ ਮੁਹੰਮਦ ਸੀ। ਉਸ ਨੇ 50 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਵਾਰ ਅਖਾੜੇ ਵਿੱਚ ਉਤਰਿਆ। ਸੰਸਾਰ ਦੇ ਇਤਿਹਾਸ ਵਿੱਚ ਸ਼ਾਇਦ ਉਹ ਇੱਕੋ ਐਸਾ ਪਹਿਲਵਾਨ ਸੀ ਜਿਸ ਨੂੰ तमाम ਜ਼ਿੰਦਗੀ ਕੋਈ ਹਰਾ ਨਾ ਸਕਿਆ। 15 ਅਕਤੂਬਰ 1910 ਵਿੱਚ गामा पहलवान ਨੂੰ ਵਰਲਡ ਹੈਵੀਵੇਟ ਚੈਂਪੀਅਨ ਦੱਖਣ ਏਸ਼ੀਅਨ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ। गामा ਪਹਿਲਵਾਨ ਨੂੰ ਸ਼ੇਰੇ ਪੰਜਾਬ, ਰੁਸਤਮੇ ਜਮਾਂ, ਸੰਸਾਰ ਕੇਸਰੀ ਅਤੇ ਦਾ ਗ੍ਰੇਟ गामा ਵਰਗੀਆਂ ਉਪਾਧੀਆਂ ਮਿਲੀਆਂ। 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ गामा ਪਹਿਲਵਾਨ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਬੱਟ गामा ਪਹਿਲਵਾਨ ਦੇ ਭਰਾ ਦੀ ਪੋਤਰੀ ਸੀ ਅਤੇ गामा ਪਹਿਲਵਾਨ ਦੇ ਛੋਟੇ ਭਰਾ ਇਮਾਮ ਬਖਸ਼ ਨੇ ਸ਼ੁਰੂ ਵਿੱਚ ਕੁਸ਼ਤੀ ਦੇ ਦਾਅ ਪੇਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਮਾਧੋ ਸਿੰਘ ਤੋਂ ਸਿੱਖੇ। ਦਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ गामा ਪਹਿਲਵਾਨ ਅਤੇ ਇਮਾਮ ਬਖਸ਼ ਨੂੰ ਭਲਵਾਨੀ ਕਰਨ ਲਈ ਸਹੂਲਤਾਂ ਪ੍ਰਦਾਨ ਕੀਤੀਆਂ। 10 ਸਾਲਾਂ ਦੀ ਉਮਰ ਵਿੱਚ ਹੀ गामा ਪਹਿਲਵਾਨ ਨੇ ਜੋਧਪੁਰ ਰਾਜਸਥਾਨ ਵਿੱਚ ਪਹਿਲਵਾਨਾਂ ਦੇ ਵਿੱਚ ਸਰੀਰਕ ਕਸਰਤ ਦੇ ਕਰਾਏ ਇੱਕ ਪ੍ਰਦਰਸ਼ਨ ਵਿੱਚ ਭਾਗ ਲਿਆ ਅਤੇ ਮਹਾਰਾਜਾ ਜੋਧਪੁਰ ਨੇ गामा ਪਹਿਲਵਾਨ ਨੂੰ ਉਸ ਦੀ ਸਰੀਰਕ ਫੁਰਤੀ ਤੋਂ ਪ੍ਰਭਾਵਿਤ ਹੋ ਕੇ ਉਤਸ਼ਾਹਿਤ ਕੀਤਾ। 20 ਸਾਲਾਂ ਦੇ गामे ਪਹਿਲਵਾਨ ਨੇ ਤਤਕਾਲੀ ਭਾਰਤ ਜੇਤੂ ਪਹਿਲਵਾਨ ਰਹਿਮ ਬਖਸ਼ ਸੁਲਤਾਨੀਵਾਲਾ ਨੂੰ ਚੁਣੌਤੀ ਦਿੱਤੀ। ਰਹਿਮ ਬਖਸ਼ ਗੁਜਰਾਂਵਾਲਾ ਪੰਜਾਬ ਦਾ ਰਹਿਣ ਵਾਲਾ ਕਸ਼ਮੀਰੀ ਭੱਟ ਜਾਤੀ ਦਾ ਹੀ ਸੀ। ਰਹਿਮ ਬਖਸ਼ ਦੀ ਲੰਬਾਈ 7 ਫੁੱਟ ਸੀ। गामा ਪਹਿਲਵਾਨ ਵਿੱਚ ਸ਼ਕਤੀ ਅਤੇ ਫੁਰਤੀ ਤਾਂ ਸੀ ਪਰ ਉਸ ਦੀ ਲੰਬਾਈ 5 ਫੁੱਟ 7 ਇੰਚ ਹੀ ਸੀ। ਰਹਿਮ ਬਖਸ਼ ਪੱਕੀ ਉਮਰ ਦਾ ਸੀ ਅਤੇ ਉਹ ਭਲਵਾਨੀ ਦੇ ਅੰਤਿਮ ਸਮੇਂ ਦੀਆਂ ਕੁਸ਼ਤੀਆਂ ਲੜ ਰਿਹਾ ਸੀ। ਉਸ ਦੀ ਉਮਰ ਦਾ ਜ਼ਿਆਦਾ ਹੋਣਾ गामे ਦੇ ਪੱਖ ਵਿੱਚ ਜਾਂਦਾ ਸੀ। ਭਾਰਤ ਵਿੱਚ ਹੋਈਆਂ ਕੁਸ਼ਤੀਆਂ ਵਿੱਚ ਇਹ ਕੁਸ਼ਤੀ ਇਤਿਹਾਸਿਕ ਮੰਨੀ ਜਾਂਦੀ ਹੈ। ਇਹ ਘੰਟਿਆਂ ਦੇ ਹਿਸਾਬ ਨਾਲ ਚੱਲੀ ਅਤੇ ਅੰਤ ਬਰਾਬਰ ਰਹੀ ਅਤੇ ਜਦੋਂ ਅਗਲੀ ਵਾਰ ਦੋਨਾਂ ਦੀ ਕੁਸ਼ਤੀ ਹੋਈ ਤਾਂ गामा ਪਹਿਲਵਾਨ ਨੇ ਰਹਿਮ ਬਖਸ਼ ਨੂੰ ਹਰਾ ਦਿੱਤਾ। ਰਹਿਮ ਬਖਸ਼ ਨੂੰ गामा ਪਹਿਲਵਾਨ ਨੇ ਆਪਣੀ ਭਲਵਾਨੀ ਅਤੇ ਕੁਸ਼ਤੀ ਦੇ ਦੌਰ ਦਾ ਸਭ ਤੋਂ ਵੱਡਾ ਚੁਣੌਤੀਪੂਰਨ ਅਤੇ ਸ਼ਕਤੀਸ਼ਾਲੀ ਮੰਨਿਆ। ਇੰਗਲੈਂਡ ਤੋਂ ਪਰਤਣ ਦੇ ਬਾਅਦ गामा ਪਹਿਲਵਾਨ ਅਤੇ ਰਹਿਮ ਬਖਸ਼ ਦੀ ਕੁਸ਼ਤੀ ਪਹਿਲਾਬਾਦ ਵਿੱਚ ਹੋਈ। ਇਹ ਕੁਸ਼ਤੀ ਵੀ ਕਾਫੀ ਦੇਰ ਚੱਲੀ ਅਤੇ गामा ਪਹਿਲਵਾਨ ਇਸ ਕੁਸ਼ਤੀ ਨੂੰ ਜਿੱਤ ਕੇ ਰੁਸਤਮੇ ਹਿੰਦ ਬਣ ਗਿਆ ਸੀ। ਅਤੇ ਹੁਣ ਗੱਲ ਕਰਦੇ ਹਾਂ गामा ਪਹਿਲਵਾਨ ਇੰਗਲੈਂਡ ਦੌਰ ਦੀ। 1910 ਦੀ ਗੱਲ ਹੈ। ਉਸ ਸਮੇਂ गामा ਪਹਿਲਵਾਨ ਦੀ ਉਮਰ ਲਗਭਗ 30 ਸਾਲ ਸੀ। ਬੰਗਾਲ ਦੇ 1 ਲੱਖਪਤੀ ਸੇਠ ਸ਼ਰਤ ਕੁਮਾਰ ਮਿੱਤਰ ਕੁਝ ਭਾਰਤੀ ਪਹਿਲਵਾਨਾਂ ਨੂੰ ਇੰਗਲੈਂਡ ਲੈ ਗਏ ਸਨ। ਆਪਣੇ ਭਰਾ ਇਮਾਮ ਬਖਸ਼ ਦੇ ਨਾਲ गामा ਪਹਿਲਵਾਨ ਇੰਗਲੈਂਡ ਗਏ ਸਨ ਅਤੇ ਉੱਥੇ ਇੱਕ ਖੁੱਲੀ ਚੁਣੌਤੀ ਇੰਗਲੈਂਡ ਦੇ ਪਹਿਲਵਾਨਾਂ ਨੂੰ ਦੇ ਦਿੱਤੀ। ਇਹ ਚੁਣੌਤੀ ਇੰਗਲੈਂਡ ਦੇ ਪਹਿਲਵਾਨਾਂ ਨੂੰ ਇੱਕ ਧੋਖੇ ਵਰਗੀ ਲੱਗੀ, ਜਿਸ ਵਿੱਚ गामा ਪਹਿਲਵਾਨ ਨੇ ਸਿਰਫ 30 ਮਿੰਟ ਵਿੱਚ ਹੀ 3 ਪਹਿਲਵਾਨਾਂ ਨੂੰ ਹਰਾਉਣ ਦੀ ਗੱਲ ਕੀਤੀ, ਜਿਸ ਵਿੱਚ ਕੋਈ ਵੀ ਪਹਿਲਵਾਨ गामा ਪਹਿਲਵਾਨ ਨਾਲ ਕੁਸ਼ਤੀ ਲੜ ਨਹੀਂ ਸਕਦਾ ਸੀ, ਚਾਹੇ ਉਹ ਕਿਸੇ ਵੀ ਸਰੀਰਕ ਆਕਾਰ ਅਤੇ ਭਾਰ ਦਾ ਹੋਵੇ। ਉਸ ਸਮੇਂ ਲੰਦਨ ਵਿੱਚ ਵਿਸ਼ਵ ਦੰਗਲ ਦਾ ਪ੍ਰਬੰਧ ਹੋ ਰਿਹਾ ਸੀ। ਇਸ ਵਿੱਚ ਇਮਾਮ ਬਖਸ਼, ਅਹਿਮਦ ਬਖਸ਼ ਅਤੇ गामा ਪਹਿਲਵਾਨ ਨੇ ਭਾਰਤ ਦੀ ਤਰਜਮਾਨੀ ਕੀਤੀ। गामा ਪਹਿਲਵਾਨ ਦਾ ਕੱਦ 5 ਫੁੱਟ 7 ਇੰਚ ਅਤੇ ਭਾਰ 113 ਕਿਲੋ ਦੇ ਲਗਭਗ ਸੀ। ਲੰਦਨ ਦੇ ਆਯੋਜਕਾਂ ਨੇ गामा ਪਹਿਲਵਾਨ ਦਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਨਾ ਰੱਖਿਆ। गामे ਦੇ ਸਵੈਮਾਨ ਨੂੰ ਬਹੁਤ ਠੇਸ ਪਹੁੰਚੀ। ਉਸ ਨੇ ਇੱਕ ਥੀਏਟਰ ਕੰਪਨੀ ਵਿੱਚ ਪ੍ਰਬੰਧ ਕਰਕੇ ਵਿਸ਼ਵ ਭਰ ਦੇ ਪਹਿਲਵਾਨਾਂ ਨੂੰ ਚੁਣੌਤੀ ਦਿੱਤੀ ਕਿ ਜੋ ਪਹਿਲਵਾਨ ਅਖਾੜੇ ਵਿੱਚ ਮੇਰੇ ਸਾਹਮਣੇ 5 ਮਿੰਟ ਤੱਕ ਟਿਕ ਜਾਵੇਗਾ ਉਸ ਨੂੰ 5 ਪਾਉਂਡ ਨਗਦ ਦਿੱਤੇ ਜਾਣਗੇ। ਪਹਿਲਾਂ ਕਈ ਛੋਟੇ-ਮੋਟੇ ਪਹਿਲਵਾਨ गामा ਪਹਿਲਵਾਨ ਨਾਲ ਲੜਨ ਨੂੰ ਤਿਆਰ ਹੋਏ। ਜਦੋਂ ਇਹ ਚੁਣੌਤੀ ਨੂੰ ਸਵੀਕਾਰ ਕਰਕੇ ਕੋਈ गामा ਪਹਿਲਵਾਨ ਨਾਲ ਘੁਲਣ ਲਈ ਨਹੀਂ ਆਇਆ ਤਾਂ गामा ਪਹਿਲਵਾਨ ਨੇ ਸਟੈਨਿਸਲਮ ਜਿਬੇਸਕੋ ਅਤੇ ਫਰੰਕ ਗਾਸ਼ ਨੂੰ ਚੁਣੌਤੀ ਦਿੱਤੀ। ਇਹ ਚੁਣੌਤੀ ਅਮਰੀਕਾ ਦੇ ਪਹਿਲਵਾਨ ਬੈਂਜਾਮਿਨ ਰੋਲਰ ਨੇ ਸਵੀਕਾਰ ਕੀਤੀ। गामा ਪਹਿਲਵਾਨ ਨੇ ਰੋਲਰ ਨੂੰ 1 ਮਿੰਟ 40 ਸੈਕਿੰਡ ਵਿੱਚ ਹੀ ਪਛਾੜ ਦਿੱਤਾ। गामा ਪਹਿਲਵਾਨ ਅਤੇ ਰੋਲਰ ਦੀ ਦੁਬਾਰਾ ਕੁਸ਼ਤੀ ਹੋਈ, ਜਿਸ ਵਿੱਚ ਰੋਲਰ गामे ਪਹਿਲਵਾਨ ਸਾਹਮਣੇ 9 ਮਿੰਟ 10 ਸੈਕਿੰਡ ਹੀ ਟਿਕ ਸਕਿਆ ਸੀ। 10 ਸਤੰਬਰ 1910 ਨੂੰ गामा ਪਹਿਲਵਾਨ ਅਤੇ ਸਟੈਨਿਸਲਮ ਜਿਬੇਸਕੋ ਦੀ ਕੁਸ਼ਤੀ ਹੋਈ। ਇਸ ਕੁਸ਼ਤੀ ਵਿੱਚ ਮਸ਼ਹੂਰ ਜਾਨ ਬੁੱਲ ਬੈਲਟ ਅਤੇ 250 ਪਾਉਂਡ ਦਾ ਇਨਾਮ ਰੱਖਿਆ ਸੀ। 1 ਮਿੰਟ ਤੋਂ ਵੀ ਘੱਟ ਦੇ ਸਮੇਂ ਵਿੱਚ गामा ਪਹਿਲਵਾਨ ਨੇ ਸਟੈਨਿਸਲਮ ਜਿਬੇਸਕੋ ਨੂੰ ਹੇਠਾਂ ਦੱਬ ਲਿਆ। ਜਿਬੇਸਕੋ ਕੱਦ ਕਾਠ ਅਤੇ ਭਾਰ ਵਿੱਚ गामा ਪਹਿਲਵਾਨ ਤੋਂ ਬਹੁਤ ਉੱਪਰ ਸੀ, ਇਸ ਲਈ 2 ਘੰਟੇ 35 ਮਿੰਟ ਦੀ ਕੋਸ਼ਿਸ਼ ਦੇ ਬਾਵਜੂਦ ਵੀ ਢਿੱਡ ਦੇ ਜ਼ੋਰ ਤੇ ਲਿਟਿਆ ਹੋਇਆ गामा ਪਹਿਲਵਾਨ ਕੋਲੋਂ ਜਿੱਤ ਨਾ ਹੋ ਸਕਿਆ। गामा ਪਹਿਲਵਾਨ ਨੇ ਇਸ ਪੋਲੈਂਡ ਦੇ ਪਹਿਲਵਾਨ ਨੂੰ ਇੰਨਾ ਥਕਾ ਦਿੱਤਾ ਸੀ ਕਿ ਉਹ ਰੋਕਣ ਲੱਗ ਪਿਆ ਸੀ। ਉਸ ਦਿਨ ਫੈਸਲਾ ਨਾ ਹੋ ਸਕਿਆ ਤੇ ਦੂਜੇ ਦਿਨ ਜਿਬੇਸਕੋ ਡਰਦੇ ਮਾਰੇ ਮੈਦਾਨ ਵਿੱਚ ਹੀ ਨਹੀਂ ਆਇਆ। ਦੰਗਲ ਦੇ ਪ੍ਰਬੰਧਕ ਜਿਬੇਸਕੋ ਦੀ ਖੋਜਬੀਨ ਕਰਨ ਲੱਗ ਗਏ, ਲੇਕਿਨ ਜਦੋਂ ਉਹ ਨਾ ਲੱਭਿਆ ਤਾਂ गामा ਪਹਿਲਵਾਨ ਨੂੰ ਵਰਲਡ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਅਤੇ ਜਿਸ ਤੋਂ ਬਾਅਦ 17 ਸਤੰਬਰ 1910 ਨੂੰ ਦੁਬਾਰਾ ਦੋਨਾਂ ਦੀ ਕੁਸ਼ਤੀ ਦੀ ਘੋਸ਼ਣਾ ਹੋਈ ਅਤੇ ਫਿਰ ਵੀ ਜਿਬੇਸਕੋ गामा ਪਹਿਲਵਾਨ ਦਾ ਸਾਹਮਣਾ ਕਰਨ ਨਾ ਆਇਆ, ਜਿਸ ਤੋਂ ਬਾਅਦ गामा ਪਹਿਲਵਾਨ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਨਾਮ ਦੀ ਰਾਸ਼ੀ ਦੇ ਨਾਲ ਹੀ ਜਾਨ ਬੁੱਲ ਬੈਲਟ ਵੀ गामा ਪਹਿਲਵਾਨ ਨੂੰ ਦੇ ਦਿੱਤੀ ਗਈ। ਇਸ ਤੋਂ ਬਾਅਦ गामा ਪਹਿਲਵਾਨ ਦੀ ਉਪਾਧੀ ਰੁਸਤਮੇ
ਸਮੇਂ ਜਮਾ ਵਿਸ਼ਵ ਕੇਸਰੀ ਅਤੇ ਵਿਸ਼ਵ ਵਿਜੇਤਾ ਹੋ ਗਈ ਅਤੇ ਲੰਡਨ ਦੀ ਯਾਤਰਾ ਦੇ ਦੌਰਾਨ ਗਾਮਾ ਪਹਿਲਵਾਨ ਨੇ ਅਨੇਕ ਪਹਿਲਵਾਨਾਂ ਨੂੰ ਹਰਾਇਆ, ਜਿਨ੍ਹਾਂ ਵਿੱਚ ਬੈਂਜਾਮਿਨ ਰੋਲਰ, ਮਾਰੀ ਜੈਰੀ ਜੋਹਨ ਲੈਮ ਅਤੇ ਜੱਸੀ ਪੀਟਰਸਨ ਸਨ। ਰੋਲਰ ਨਾਲ ਕੁਸ਼ਤੀ ਵਿੱਚ ਗਾਮਾ ਪਹਿਲਵਾਨ ਨੇ ਉਸ ਨੂੰ 15 ਮਿੰਟਾਂ ਵਿੱਚ 13 ਵਾਰ ਸੁੱਟਿਆ। ਇਸ ਦੇ ਬਾਅਦ ਗਾਮਾ ਪਹਿਲਵਾਨ ਨੇ ਖੁੱਲੀ ਚੁਣੌਤੀ ਦਿੱਤੀ ਕਿ ਜੋ ਵੀ ਕਿਸੇ ਨੂੰ ਕੁਸ਼ਤੀ ਵਿੱਚ ਖੁਦ ਨੂੰ ਵਿਸ਼ਵ ਵਿਜੇਤਾ ਕਹਿੰਦਾ ਹੋਵੇ, ਉਹ ਗਾਮਾ ਪਹਿਲਵਾਨ ਨਾਲ 2 ਹੱਥ ਕਰ ਸਕਦਾ ਹੈ, ਜਿਸ ਵਿੱਚ ਜਾਪਾਨ ਦਾ ਜੂਡੋ ਪਹਿਲਵਾਨ ਤਾਰਾ ਮਿਆਕੀ, ਰੂਸ ਦਾ ਜਾਰਜ ਹਕੇਸ਼ਮਿੰਕ ਅਤੇ ਅਮਰੀਕਾ ਦਾ ਫੱਗਾ ਸ਼ਾਮਿਲ ਸਨ। ਕਿਸੇ ਦੀ ਹਿੰਮਤ ਗਾਮੇ ਪਹਿਲਵਾਨ ਸਾਹਮਣੇ ਆਉਣ ਦੀ ਨਾ ਹੋਈ। ਇਸ ਤੋਂ ਬਾਅਦ ਗਾਮਾ ਪਹਿਲਵਾਨ ਨੇ ਕਿਹਾ ਕਿ ਉਹ ਇੱਕ ਤੋਂ ਬਾਅਦ ਇੱਕ ਲਗਾਤਾਰ 20 ਪਹਿਲਵਾਨਾਂ ਨਾਲ ਲੜੇਗਾ ਅਤੇ ਇਨਾਮ ਵੀ ਦੇਵੇਗਾ, ਲੇਕਿਨ ਕੋਈ ਸਾਹਮਣੇ ਨਹੀਂ ਆਇਆ। ਰਹਿਮ ਬਖਸ਼ ਸੁਲਤਾਨੀਵਾਲਾ ਦੇ ਬਾਅਦ ਗਾਮਾ ਪਹਿਲਵਾਨ ਨੇ ਭਾਰਤ ਦੇ ਮਸ਼ਹੂਰ ਪਹਿਲਵਾਨ ਪੰਡਿਤ ਬਿੱਟੂ ਨੂੰ 1916 ਵਿੱਚ ਹਰਾਇਆ। ਇੰਗਲੈਂਡ ਦੇ ਪ੍ਰਿੰਸ ਆਫ ਵੈਲਸ ਨੇ 1922 ਵਿੱਚ ਭਾਰਤ ਦੀ ਯਾਤਰਾ ਦੇ ਦੌਰਾਨ ਗਾਮਾ ਪਹਿਲਵਾਨ ਨੂੰ ਚਾਂਦੀ ਦੀ ਬੇਸ਼ਕੀਮਤੀ ਗਦਾ ਪ੍ਰਦਾਨ ਕੀਤੀ। ਇਸ ਵਾਰ ਗਾਮਾ ਪਹਿਲਵਾਨ ਨੇ ਕੇਵਲ 2.5 ਮਿੰਟਾਂ ਵਿੱਚ ਹੀ ਜਿਬੇਸਕੋ ਨੂੰ ਪਛਾੜ ਦਿੱਤਾ। ਗਾਮਾ ਪਹਿਲਵਾਨ ਦੀ ਫਤਿਹ ਤੋਂ ਬਾਅਦ ਪਟਿਆਲੇ ਦੇ ਮਹਾਰਾਜੇ ਨੇ ਗਾਮਾ ਪਹਿਲਵਾਨ ਨੂੰ ਅੱਧਾ ਮਣ ਚਾਂਦੀ ਅਤੇ 20,000 ਰੁਪਏ ਨਗਦ ਇਨਾਮ ਦਿੱਤਾ ਸੀ। 1927 ਤੱਕ ਗਾਮਾ ਪਹਿਲਵਾਨ ਨੂੰ ਕਿਸੇ ਨੇ ਚੁਣੌਤੀ ਨਹੀਂ ਸੀ ਦਿੱਤੀ। 1928 ਵਿੱਚ ਪੱਛਮੀ ਵਿਸ਼ਵ ਦੇ ਆਪਣੀ ਤਾਕਤ ਲਈ ਮਸ਼ਹੂਰ ਜਿਬੇਸਕੋ ਨੂੰ ਪਟਿਆਲੇ ਦੇ ਮਹਾਰਾਜੇ ਨੇ ਮੁੜ ਗਾਮੇ ਪਹਿਲਵਾਨ ਨਾਲ ਕੁਸ਼ਤੀ ਕਰਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਮੈਚ ਭਾਰਤੀ ਸ਼ੈਲੀ ਦਾ ਸੀ ਅਤੇ ਇੱਕ ਪੋਲੀ ਮਿੱਟੀ ਵਾਲੇ ਕੁਸ਼ਤੀ ਟੋਏ ਵਿੱਚ ਕਰਵਾਇਆ ਗਿਆ ਸੀ। ਜਿਸ ਦੇ ਪੈਰ ਪਹਿਲੇ ਉੱਗੜ ਗਏ ਉਸ ਨੂੰ ਹਾਰਿਆ ਐਲਾਨ ਦਿੱਤਾ ਜਾਣਾ ਸੀ। ਜਿਬੇਸਕੋ ਆਪਣੀ ਲੰਡਨ ਵਾਲੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਹ ਬੜੀ ਤੇਜ਼ੀ ਨਾਲ ਬਾਹਰ ਆਇਆ ਸੀ, ਪਰ ਗਾਮਾ ਪਹਿਲਵਾਨ ਹੋਰ ਵੀ ਫੁਰਤੀਲਾ ਨਿਕਲਿਆ ਅਤੇ 49 ਸਕਿੰਟਾਂ ਦੇ ਸਮੇਂ ਵਿੱਚ ਹੀ ਕੁੱਲੇ ਦੀ ਇੱਕ ਸ਼ਾਨਦਾਰ ਮੋੜ ਦੇ ਨਾਲ ਉਸ ਨੂੰ ਸੁੱਟ ਦਿੱਤਾ। ਗਾਮਾ ਪਹਿਲਵਾਨ ਨੇ ਜਿਬੇਸਕੋ ਨੂੰ ਹਰਾ ਦਿੱਤਾ ਅਤੇ ਦੱਖਣ ਏਸ਼ੀਅਨ ਦੇ ਮਹਾਨ ਪਹਿਲਵਾਨ ਦੀ ਉਪਾਧੀ ਹਾਸਲ ਕੀਤੀ। 1929 ਦੇ ਫਰਵਰੀ ਮਹੀਨੇ ਵਿੱਚ ਗਾਮਾ ਪਹਿਲਵਾਨ ਨੇ ਜੱਸੀ ਪੀਟਰਸਨ ਨੂੰ 1.5 ਮਿੰਟ ਵਿੱਚ ਪਛਾੜ ਦਿੱਤਾ। 1940 ਵਿੱਚ ਨਿਜ਼ਾਮ ਹੈਦਰਾਬਾਦ ਨੇ ਉਸ ਨੂੰ ਸੱਦ ਲਿਆ ਅਤੇ ਗਾਮਾ ਪਹਿਲਵਾਨ ਨੇ ਉਸ ਦੇ ਸਾਰੇ ਭਲਵਾਨ ਹਰਾ ਦਿੱਤੇ। ਅਖੀਰ ਨਿਜ਼ਾਮ ਨੇ ਬਲਰਾਮ ਹੀਰਾਮਨ ਸਿੰਘ ਯਾਦਵ ਸ਼ੇਰੇ ਹੈਦਰਾਬਾਦ, ਜੋ ਗਾਮਾ ਪਹਿਲਵਾਨ ਵਾਂਗ ਹੀ ਅਜਿੱਤ ਰਿਹਾ ਸੀ, ਇਸ ਨਾਲ ਕੁਸ਼ਤੀ ਕਰਵਾਈ। ਇਹ ਲੰਮੀ ਕੁਸ਼ਤੀ ਬਿਨਾਂ ਹਾਰ ਜਿੱਤ ਤੋਂ ਖਤਮ ਹੋ ਗਈ। ਗਾਮਾ ਪਹਿਲਵਾਨ ਦੀ ਕਮਜ਼ੋਰੀ ਉਸ ਦੀ ਵੱਡੀ ਹੋ ਗਈ ਉਮਰ ਸੀ, ਜਦਕਿ ਹੀਰਾਮਨ ਜਵਾਨ ਸੀ। ਇਸ ਦੇ ਬਾਅਦ 1952 ਵਿੱਚ ਆਪਣੇ ਭਲਵਾਨੀ ਜੀਵਨ ਤੋਂ ਛੁੱਟੀ ਲੈਣ ਤੱਕ ਗਾਮਾ ਪਹਿਲਵਾਨ ਨੂੰ ਕਿਸੇ ਨੇ ਚੁਣੌਤੀ ਨਹੀਂ ਦਿੱਤੀ। ਗਾਮਾ ਆਪਣੇ ਭਲਵਾਨੀ ਜੀਵਨ ਵਿੱਚ ਜੇਤੂ ਰਿਹਾ। ਲੰਮੇ ਸਮੇਂ ਦੀ ਬਿਮਾਰੀ ਮਗਰੋਂ 23 ਮਈ 1960 ਨੂੰ ਲਾਹੌਰ ਵਿੱਚ ਗਾਮੇ ਪਹਿਲਵਾਨ ਦਾ ਦੇਹਾਂਤ ਹੋ ਗਿਆ। ਉਸ ਦੀ ਸਹਾਇਤਾ ਕਰਨ ਲਈ ਪਾਕਿਸਤਾਨ ਪੰਜਾਬ ਸਰਕਾਰ ਨੇ ਕੁਝ ਜ਼ਮੀਨ ਅਤੇ ਮਹੀਨਾਵਾਰ ਪੈਨਸ਼ਨ ਦਿੱਤੀ। ਇਸ ਤੋਂ ਇਲਾਵਾ ਨਿੱਜੀ ਸਹਾਇਤਾ ਵਜੋਂ ਉਸ ਨੂੰ ਕੁਝ ਭਾਰਤੀ ਪ੍ਰਦਰਸ਼ਕਾਂ ਨੇ ਦਾਨ ਵੀ ਦਿੱਤਾ, ਜਿਸ ਨਾਲ ਆਪਣੀ ਮੌਤ ਤੱਕ ਡਾਕਟਰੀ ਖਰਚਿਆਂ ਦੀ ਭਰਪਾਈ